ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਵਿਚਾਰ ਪਾਵਨ ਗੁਰਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 262 ਤੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਪ੍ਰਾਰੰਭ ਹੋਣ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤਾਂ ਸਾਰੀ ਹੀ ਕਲਿਆਣਕਾਰੀ ਹੈ। ਅੱਖਰ ਅੱਖਰ ਨਾਮ ਸਰੂਪ ਹੈ, ਪ੍ਰੇਮਾ ਭਗਤੀ ਨਾਲ ਸਮਿਲਿਤ ਹੈ। ਪਰ ਫਿਰ ਵੀ ਕੁਝ ਬਾਣੀਆਂ ਵਿਸ਼ੇਸ਼ ਕਰਕੇ ਸਿੱਖ ਜਗਤ ਵਿੱਚ ਵੱਖਰੀ ਪਹਿਚਾਣ ਰੱਖਦੀਆਂ ਹਨ। ਜੈਸਾ ਜਪਜੀ ਸਾਹਿਬ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਥਮ ਬਾਣੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਇਸ ਦਾ ਮਹਾਤਮ ਅਤੇ ਮਹੱਤਤਾ ਇੱਕ ਆਪਣਾ ਅਸਥਾਨ ਰੱਖਦੀ ਹੈ। ਇਸੇ ਤਰ੍ਹਾਂ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪ੍ਰੇਮੀਆਂ ਵਿੱਚ ਇਸ ਦਾ ਇੱਕ ਵਿਸ਼ੇਸ਼ ਅਸਥਾਨ ਹੈ। ਇਹੀ ਇੱਕ ਬਾਣੀ ਐਸੀ ਹੈ ਜਿਸ ਦੇ ਨਾਂ 'ਤੇ ਸਿੱਖ ਜਗਤ ਦੀਆਂ ਬੇਅੰਤ ਸੁਸਾਇਟੀਆਂ ਸ਼ਹਿਰਾਂ, ਕਸਬਿਆਂ, ਪਿੰਡਾਂ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬਣੀਆਂ ਹੋਈਆਂ ਹਨ, ਜਿਨ੍ਹਾਂ ਦਾ ਨਾਮ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਰਕੇ ਪ੍ਰਸਿੱਧ ਹੈ। ਗੁਰੂ ਕਾਲ ਤੋਂ ਲੈ ਕੇ ਪੁਰਾਤਨ ਅਤੇ ਵਰਤਮਾਨ ਸਮੇਂ ਵਿੱਚ ਸਿੱਖ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵਿਸ਼ੇਸ਼ ਕਰਕੇ ਆਪਣੇ ਜੀਵਨ ਦਾ ਅੰਗ ਸਮਝਦੇ ਆਏ ਹਨ। ਇਹ ਇੱਕ ਪਹਿਲੀ ਬਾਣੀ ਹੋਵੇਗੀ ਜਿਸ ਬਾਣੀ ਦਾ ਮਹਾਤਮ ਇਸੇ ਬਾਣੀ ਵਿੱਚ ਲਿਖਿਆ ਮਿਲਦਾ ਹੈ। ਜਦੋਂ ਕੋਈ ਧਿਆਨ ਨਾਲ 24ਵੀਂ ਅਸ਼ਟਪਦੀ ਪੜ੍ਹੇਗਾ ਤਾਂ ਉਹ ਸਾਰੀ ਅਸ਼ਟਪਦੀ ਵਿੱਚ ਬੇਅੰਤ ਹੀ ਮਹਾਤਮ ਲਿਖਿਆ ਹੋਇਆ। ਪਰ ਅਸ਼ਟਪਦੀ ਦੀ 6ਵੀਂ ਪੌੜੀ ਵਿੱਚ 21 ਫਲ ਸੁਖਮਨੀ ਸਾਹਿਬ ਜੀ ਦੇ ਪੜ੍ਹਨ ਵਾਲੇ ਨੂੰ ਪ੍ਰਾਪਤ ਹੋਣੇ ਲਿਖੇ ਹਨ, ਜਿਸ ਦਾ ਸਾਰਾ ਵੇਰਵਾ 24ਵੀਂ ਅਸ਼ਟਪਦੀ ਤੋਂ ਬਾਅਦ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ। ਆਓ ਗੁਰਬਾਣੀ ਪ੍ਰਾਰੰਭ ਹੋਣ ਜਾ ਰਹੀ। ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਸਾਨੂੰ ਬਖਸ਼ ਰਹੇ ਹਨ। ਗੌੜੀ ਸੁਖਮਨੀ ਮਹੱਲਾ ਪੰਜਵਾ। ਸਲੋਕ। ਇਕ ਓੰਕਾਰ ਸਤਿਗੁਰ ਪ੍ਰਸਾਦ। ਇਸ ਦਾ ਉਥਾਨਕਾ ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 1660 ਬਿਕਰਮੀ ਸੰਮਤ ਰਾਮਸਰ ਸਰੋਵਰ ਦੇ ਕਿਨਾਰੇ, ਜੋ ਹਰਿਮੰਦਰ ਸਾਹਿਬ ਤੋਂ ਪੂਰਬ ਪਹਾੜ ਵਾਲੇ ਪਾਸੇ ਜਿੱਥੇ ਸੰਨ ਵਿੱਚ ਬੇਰ ਸਾਹਿਬ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਰਹੇ ਸਨ। ਨਿਤ ਦੇ ਨਿਯਮ ਅਨੁਸਾਰ ਸਤਿਗੁਰੂ ਜੀ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਦੀ ਤਰ੍ਹਾਂ ਇਸ਼ਨਾਨ ਕਰਦੇ ਹਨ। ਉਸ ਦਿਨ ਵੀ ਇਸ਼ਨਾਨ ਕੀਤਾ ਅਤੇ ਸਮਾਧੀ ਵਿੱਚ ਲੀਨ ਹੋ ਗਏ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਆਦਿਕ ਜੀਵਨ ਮੁਕਤ ਗੁਰਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਇੱਛਾ ਨਾਲ ਆਏ। ਜਿੱਥੇ ਹੁਣ ਮੰਜੀ ਸਾਹਿਬ ਅਤੇ ਯਾਦਗਾਰੀ ਸਥਾਨ ਹੈ, ਉੱਥੇ ਬੇਰੀ ਦੇ ਹੇਠਾਂ ਬੈਠੇ ਸਨ ਤਾਂ ਇਹਨਾਂ ਗੁਰਸਿੱਖਾਂ ਨੇ, ਜਿਨ੍ਹਾਂ ਦੇ ਵਿੱਚ ਮੁੱਖ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਆਦਿ ਸਨ, ਇਹਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆਪ ਸੰਸਾਰ ਨੂੰ ਤਾਰਨ ਵਾਸਤੇ ਨਾਮ ਦਾ ਜਹਾਜ਼ ਤਿਆਰ ਕਰ ਰਹੇ ਹੋ। ਸੰਗਤਾਂ ਵੱਲੋਂ ਇੱਕ ਬੇਨਤੀ ਹੈ ਕਿ 8 ਪਹਿਰ ਕੋਈ ਵਿਰਲਾ ਗੁਰਸਿੱਖ ਹੋਵੇਗਾ ਜਿਸ ਦੀ ਨਾਮ ਧੁਨ ਚੱਲਦੀ ਹੋਵੇਗੀ, ਅਤੇ ਸਾਰੇ ਗੁਰਸਿੱਖ ਚਾਹੁੰਦੇ ਹਨ ਕਿ 8 ਪਹਿਰ ਦੇ ਸਵਾਸ ਨਾਮ ਜਪ ਕੇ ਸਫਲੇ ਕਰੀਏ। ਪਰ ਕਲਯੁਗ ਦਾ ਸਮਾਂ ਹੈ, ਅਜਿਹੀ ਅਵਸਥਾ ਬਣਨੀ ਹਰ ਇੱਕ ਗੁਰਸਿੱਖ ਦੇ ਵੱਸ ਦੀ ਗੱਲ ਨਹੀਂ। ਜਿਸ 'ਤੇ ਆਪ ਜੀ ਦੀ ਵਿਸ਼ੇਸ਼ ਕਿਰਪਾ ਹੈ, ਉਸੇ ਦੀ ਬਣ ਸਕਦੀ ਹੈ। ਸੰਗਤ ਦੀ ਇਹ ਅਰਦਾਸ ਹੈ, ਜਿਵੇਂ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਹੈ, ਹਿੰਦੂ ਮੱਤ ਵਾਲੇ ਉਸ ਦੇ ਪੜ੍ਹਨ ਵਿੱਚ ਕਲਿਆਣ ਸਮਝਦੇ ਹਨ। ਬਿਆਸ ਜੀ ਨੇ ਵੀ ਬੇਅੰਤ ਰਚਨਾ ਕੀਤੀ ਹੈ। ਸਨਾਤਨ ਮੱਤ ਵਾਲੇ ਉਸ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ। ਆਪ ਕਿਰਪਾ ਕਰਕੇ ਕੋਈ ਐਸੀ ਬਾਣੀ ਵਿਸ਼ੇਸ਼ ਕਰਕੇ ਰਚਨਾ ਕਰ ਦਿਓ, ਜਿਸ ਦਾ ਇੱਕ ਪਾਠ ਕਰਨ ਨਾਲ ਹੀ 8 ਪਹਿਰ ਭਾਵ 24 ਘੰਟਿਆਂ ਦੇ ਸਾਰੇ ਸਵਾਸ ਸਫਲੇ ਹੋ ਜਾਣ। ਤਾਂ ਸਤਿਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਮੰਨ ਕੇ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉਚਾਰਨ ਕੀਤਾ ਅਤੇ ਬਚਨ ਕੀਤਾ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ
ਪ੍ਰੇਮ ਨਾਲ ਜੋ ਇਸ ਬਾਣੀ ਦਾ ਪਾਠ ਕਰੇਗਾ ਉਸ ਦੇ 8 ਪਹਿਰ ਸਵਾਸ ਸਫਲੇ ਹੋਣਗੇ ਅਤੇ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪ ਨਿਵਰਤ ਹੋ ਜਾਣਗੇ। ਇਸ ਦੇ 24 ਸ਼ਲੋਕ ਅਤੇ 24 ਅਸ਼ਟਪਦੀਆਂ ਉਚਾਰਨ ਕੀਤੀਆਂ ਹਨ। ਇਸ ਬਾਣੀ ਦਾ 4 ਵਾਰੀ ਨਾਮ ਇਸੇ ਹੀ ਬਾਣੀ ਵਿੱਚ ਆਉਂਦਾ ਹੈ, ਜਿਵੇਂ ਕਿ ਗੌੜੀ ਸੁਖਮਨੀ ਮਹੱਲਾ ਪੰਜਵਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਰਹਾਉ। ਦੂਸਰਾ ਨਾਮ ਆਉਂਦਾ ਹੈ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਫਿਰ ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਸੋ ਪਹਿਲਾਂ ਤਾਂ ਆ ਗਿਆ ਨਾ ਗੌੜੀ ਸੁਖਮਨੀ, ਇੱਥੇ ਆ ਗਿਆ। ਦੂਸਰਾ ਨਾਮ ਆਇਆ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਤੀਸਰਾ ਆਇਆ ਹੈ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ। ਔਰ ਚੌਥਾ ਆਇਆ ਹੈ ਨਾਨਕ ਇਹ ਗੁਣ ਨਾਮ ਸੁਖਮਨੀ। ਗੌੜੀ ਰਾਗਣੀ ਤੇ ਸੁਖਮਨੀ ਬਾਣੀ ਦਾ ਨਾਮ ਹੈ। ਸੁਖ ਸੁੱਖਾਂ ਦੀ ਮਣੀ, ਰਤਨ ਭਾਵ ਮਨ ਨੂੰ ਸੁੱਖ ਦੇਣ ਵਾਲੀ। ਜਿਵੇਂ ਚੰਦਰਕਾਂਤਾ ਮਣੀ ਹੁੰਦੀ ਸਾਧ ਸੰਗਤ ਜੀ, ਸੱਪ ਉਸ ਨੂੰ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੇ ਸਾਹਮਣੇ ਰੱਖ ਲੈਂਦਾ ਹੈ। ਚੰਦਰਮਾ ਦੀਆਂ ਕਿਰਨਾਂ ਦੁਆਰਾ ਉਸ ਵਿੱਚੋਂ ਅੰਮ੍ਰਿਤ ਸਿਮਣ ਲੱਗ ਜਾਂਦਾ, ਜਿਸ ਨੂੰ ਉਹ ਫਿਰ ਚੱਖਦਾ ਹੈ, ਚੱਟ ਲੈਂਦਾ ਹੈ। 1 ਮਹੀਨੇ ਲਈ ਸੱਪ ਦੀ ਜ਼ਹਿਰ ਜਿਹੜੀ ਆ, ਉਹ ਸੱਪ ਆਪਣੀ ਜ਼ਹਿਰ ਤੋਂ ਸ਼ਾਂਤੀ ਪਾ ਲੈਂਦਾ, ਉਹ ਅੰਮ੍ਰਿਤ ਬੂੰਦਾਂ ਨੂੰ ਚੱਟਣ ਦਾ ਕਰਕੇ। ਇਸੇ ਤਰ੍ਹਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਚੰਦਰਕਾਂਤਾ ਮਣੀ ਦੀ ਨਿਆਈ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵਿਰਾਗ ਦਾ ਚੰਦਰਮਾ ਚੜ੍ਹਿਆ ਹੈ। ਜਦੋਂ ਹਿਰਦੇ ਵਿੱਚ ਅੰਮ੍ਰਿਤ ਬਾਣੀ ਵਸੇਗੀ, ਇਸ 'ਚੋਂ ਆਨੰਦ ਰੂਪ ਰਸ ਨਿਕਲੇਗਾ, ਜੋ ਸਾਡੇ ਵਿਸ਼ਈ ਮਨਾਂ 'ਚੋਂ ਜ਼ਹਿਰ ਉਤਾਰ ਦੇਵੇਗਾ। ਸੁਖਮਨੀ ਮਣਾ ਮੂੰਹੀ ਸੁੱਖ ਦੇਣ ਵਾਲੀ ਹੈ। ਸੁਖਮਨੀ ਸੁੱਖਾਂ ਦੀ ਮੰਨੀ ਹੈ। ਜਿਵੇਂ ਤੋਸਾ ਮੰਨੀ ਪਕਾਇਆ ਹੁੰਦਾ ਨਾ, ਇਸ ਬਾਣੀ ਵਿੱਚ ਭਗਤੀ ਰੂਪੀ ਖੰਡ, ਪ੍ਰੇਮ ਰੂਪ ਘਿਓ, ਗਿਆਨ ਰੂਪ ਮੈਦਾ ਪਾਇਆ ਹੈ। ਇਹ ਲੋਕ ਪਰਲੋਕ ਦਾ ਤੋਸਾ ਹੈ। ਮੰਨੀ ਨਾਮ ਪ੍ਰਸ਼ਤੀ ਦਾ ਵੀ ਹੈ। ਜਿਵੇਂ ਪ੍ਰਸ਼ਤੀ ਉੱਤੇ ਘਰ ਦੀਆਂ ਕੀਮਤੀ ਵਸਤੂਆਂ ਸੰਭਾਲ ਕੇ ਰੱਖੀ ਦੀਆਂ ਨਾ, ਇਸੇ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਸਾਰੇ ਸੁੱਖਾਂ ਨੂੰ ਅੰਦਰ ਸਾਂਭ ਕੇ ਰੱਖਣ ਵਾਲੀ ਬਾਣੀ ਵਸੀ ਹੈ, ਉਹਨਾਂ ਨੂੰ ਸਾਰੇ ਸੁੱਖ ਦੇਣ ਵਾਲੀ ਭਾਵ ਸ਼੍ਰੋਮਣੀ ਸੁੱਖ ਦੇਣ ਵਾਲੀ ਹੈ। ਮਹੱਲਾ ਪੰਜਵਾ। ਗੁਰੂ ਜੀ ਪੰਜਵੇਂ ਸਰੂਪ ਵਿੱਚ ਉਚਾਰਨ ਕਰਦੇ ਹਨ। ਸਲੋਕ। ਸਲੋਕ ਕਹੀਏ ਸਵੈ ਲੋਕ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਗਿਆਨ ਦਾ ਪ੍ਰਕਾਸ਼ ਕਰਨੇ ਵਾਲੇ ਨਿਜ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੇ ਜੋ ਅੱਖਰ ਹਨ, ਉਸ ਨੂੰ ਸਲੋਕ ਕਹਿੰਦੇ ਹਨ। ਇੱਕ ਓੰਕਾਰ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਗੁਰ ਪ੍ਰਸਾਦ। ਗੁਰ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਆਦਿ ਗੁਰ ਏ ਨਮਹਿ। ਆਦਿ ਕਹੀਏ ਪਹਿਲੇ ਗੁਰੂ ਨਾਨਕ ਦੇਵ ਜੀ, ਇਹ ਤਾਈਂ ਕਹੀਏ ਇਹ ਹੁੰਦਾ ਤਾਈਂ, ਮੇਰੀ ਨਮਸਕਾਰ ਹੈ। ਇੱਥੇ ਏ ਦਾ ਅਰਥ ਜੋ ਤਾਈਂ ਕੀਤਾ ਹੈ, ਇਹ ਵਿਆਕਰਨ ਦੀ ਰੀਤ ਅਨੁਸਾਰ ਹੈ, ਜੋ ਵਿਆਕਰਨ ਵਿੱਚ 7 ਵਿਭਕਤੀਆਂ ਮੰਨੀਆਂ ਹਨ। ਸੋ ਇਸ ਤਰ੍ਹਾਂ ਆਦਿ ਗੁਰ ਏ ਨਮਹਿ, ਜੁਗਾਦ ਗੁਰ ਏ ਨਮਹਿ। ਜੁਗ 2 ਭਾਵ ਜੁਗ ਦਾ ਅਰਥ 2 ਕਰਨਾ। ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ ਦੇ ਆਦਿ ਪਹਿਲੇ ਗੁਰੂ ਅੰਗਦ ਸਾਹਿਬ ਜੀ, ਏ ਕਹੀਏ ਤਾਈਂ ਮੇਰੀ ਨਮਸਕਾਰ ਹੈ। ਸਤਿਗੁਰ ਏ ਨਮਹਿ। ਸਤ ਸਰੂਪ ਗੁਰੂ ਅਮਰਦਾਸ ਜੀ ਦੇ ਤਾਈਂ ਮੇਰੀ ਨਮਸਕਾਰ ਹੈ। ਅਰਥਾਤ ਇੱਥੇ ਗੁਰਾਂ ਨੂੰ ਸਤ ਨਾਲ ਵਰਤਿਆ ਹੈ। ਸਤਿਗੁਰੂ ਸਤ ਪਰਤੱਗੀ ਹਨ। ਕਈ ਰੋਗੀਆਂ ਨੂੰ ਠੀਕ ਕੀਤਾ ਅਤੇ ਕਈ ਮਰੇ ਜਿਉਂਦੇ ਕੀਤੇ ਅਤੇ ਕਿਹਾ ਜਿਤਨਾ ਚਿਰ ਅਸੀਂ ਰਹਾਂਗੇ ਓਨੀ ਦੇਰ ਜਮ ਨਹੀਂ ਆਵੇਗਾ, ਓਨੀ ਦੇਰ ਕੋਈ ਵੀ ਨਾ ਮਰਿਆ। 22 ਸਾਲ ਮਹਾਰਾਜ ਸਾਹਿਬ ਜੀ ਗੋਇੰਦਵਾਲ ਸਾਹਿਬ ਵਿੱਚ ਰਹੇ, ਕਿਉਂਕਿ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿਪਾਸ ਬਨਾਇਓ। ਇੱਕ ਵਾਰੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਜੀ ਨੂੰ ਆਪਣੇ ਨਾਲ ਤੋਰਨਾ ਚਾਹੁੰਦੇ ਸਨ। ਆਪ ਜੀ ਬਰਾਬਰ ਨਹੀਂ ਚੱਲਦੇ ਸਨ, ਗੁਰਾਂ ਦਾ ਸਤਿਕਾਰ ਰੱਖਦੇ, ਪੈਰ ਦੇਖ ਕੇ ਚੱਲਦੇ ਸੀ। ਸੱਜਾ ਹੱਥ ਗੁਰੂ ਅੰਗਦ ਦੇਵ ਜੀ ਨੇ ਫੜਿਆ ਹੋਇਆ ਸੀ,
ਇਉਂ ਖੱਬੀ ਬਾਂਹ ਥੋੜ੍ਹੀ ਜਿਹੀ ਅੱਗੇ ਵੱਧ ਗਈ। ਸੋਚਿਆ ਕਿ ਬਾਂਹ ਨੇ ਨਰਾਦਰ ਕੀਤਾ ਹੈ, ਜੇ ਇਹ ਬਾਂਹ ਕੱਟ ਦਿੱਤੀ ਤਾਂ ਗੁਰੂ ਸਾਹਿਬ ਜੀ ਗੁੱਸੇ ਹੋਣਗੇ, ਇਸ ਨੂੰ ਦਿਲੋਂ ਹੀ ਭੁਲਾ ਦਈਏ। ਉਸੇ ਵੇਲੇ ਖੱਬੀ ਬਾਂਹ ਗਲ ਨਾਲ ਲਾ ਲਈ ਕਿ ਤੈਥੋਂ ਹੁਣ ਕੋਈ ਸੇਵਾ ਨਹੀਂ ਲੈਣੀ, ਤੂੰ ਸਤਿਗੁਰਾਂ ਦਾ ਅਦਬ ਨਹੀਂ ਰੱਖਿਆ। ਇਸੇ ਤਰ੍ਹਾਂ ਸਾਰੀ ਉਮਰ ਕੋਈ ਸੇਵਾ ਨਾ ਲਈ। ਐਸੇ 7 ਪ੍ਰਤੱਗੀ ਹਨ। ਇਹ ਵਾਰਤਾ ਇਤਿਹਾਸ ਵਿੱਚ ਅੰਕਿਤ ਹੈ। ਸ੍ਰੀ ਗੁਰਦੇਵ ਏ ਨਮਹਿ। ਸ੍ਰੀ ਸੋਭਾ ਭਾਵ ਲక్ష్ਮੀ ਸਹਿਤ ਜੋ ਸ੍ਰੀ ਗੁਰੂ ਰਾਮਦਾਸ ਜੀ ਦੇਵ ਪ੍ਰਕਾਸ਼ ਰੂਪ ਹਨ, ਉਹਨਾਂ ਦੇ ਤਾਈਂ ਮੇਰੀ ਨਮਸਕਾਰ ਹੈ। ਅਸ਼ਟਪਦੀ। ਅਸ਼ਟ 8 ਪੌੜੀਆਂ ਹੋਣ ਕਰਕੇ ਇਸ ਦਾ ਨਾਂ ਅਸ਼ਟਪਦੀ ਹੈ ਤੇ ਹਰ ਇੱਕ ਪੌੜੀ ਦੀਆਂ 10 ਤੁਕਾਂ ਹਨ। ਇਸ ਅਸ਼ਟਪਦੀ ਵਿੱਚ ਨਾਮ ਦਾ ਮਹਾਤਮ ਕਥਨ ਕਰਦੇ ਹਨ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਹੇ ਭਾਈ, ਪਰਮੇਸ਼ਰ ਦੇ ਨਾਮ ਨੂੰ ਹਿਰਦੇ ਕਰਕੇ ਸਿਮਰੋ, ਯਾਦ ਕਰੋ। ਬਾਣੀ ਕਰਕੇ ਸਿਮਰੋ ਅਤੇ ਤਨ ਕਰਕੇ ਵੀ ਸਿਮਰਨਾ ਕਰੋ। ਸਿਮਰਨ ਯੋਗ ਪਰਮੇਸ਼ਰ ਦੇ ਸਿਮਰਨ ਨੂੰ ਸਿਮਰ ਕੇ ਆਤਮਿਕ ਸੁਖ ਨੂੰ ਪਾਉਣਾ ਕਰੋ। ਕਲ ਕਲੇਸ਼ ਤਨ ਮਾਹੇ ਮਿਟਾਵੋ। ਉਸ ਸਿਮਰਨ ਕਰਕੇ ਕਲਪਨਾ ਅਤੇ 5 ਪ੍ਰਕਾਰ ਦੇ ਕਲੇਸ਼, ਰਾਗ ਦਵੈਸ਼, ਅਵਿਦਿਆ, ਅਸਮਤਾ, ਅਭਿਨਿਵੇਸ਼ ਤਨ ਸਰੀਰ ਵਿੱਚੋਂ ਮਿਟਾਵੋ, ਦੂਰ ਕਰੋ। ਸਿਮਰੋ ਜਾਸ ਬਿਸੰਭਰ ਏਕੈ। ਨਾਮ ਜਪਤ ਅਗਨਤ ਅਨੇਕੈ। ਜੋ ਬਿਸੰਭਰ ਵਿਸ਼ਵ ਭਾਵ ਸੰਸਾਰ ਦੇ ਭਰਨ ਵਾਲਾ, ਭਾਵ ਸੰਸਾਰ ਦੀ ਪੂਰਤੀ ਕਰਨ ਵਾਲਾ ਇੱਕ ਪਰਮੇਸ਼ਰ ਹੈ। ਉਸ ਦੇ ਜਾਸ ਕੀਏ ਜਸ ਨੂੰ ਸਿਮਰਨਾ ਕਰੋ। ਜਿਸ ਦੇ ਅਨੇਕੈ ਕੀਏ ਅਨੇਕਾਂ ਹੀ ਨਾਮ ਹਨ ਅਤੇ ਅਣਗਿਣਤ ਹੀ ਨਾਮ ਜਪਦੇ ਹਨ। ਵੇਦ ਪੁਰਾਨ ਸਿਮਰਤ ਸੁਦਾਖਰ। ਕੀਨੇ RAM ਨਾਮ ਇੱਕ ਆਖਰ। ਸੋ ਇਹਨਾਂ ਦੋਨਾਂ ਸ਼ਬਦਾਂ ਦਾ ਜੋ ਪਾਠ ਹੈ ਉਹ ਹੈ ਸੁਦਾਖਰ। ਇਸ ਦਾ ਉਚਾਰਨ ਇਸ ਤਰ੍ਹਾਂ ਕਰ ਲੈਣਾ। ਸੱਸੇ ਨੂੰ ਔਂਕੜ, ਧੱਦੇ ਨੂੰ ਕੰਨਾ, ਖੱਖਾ ਐੜਾ ਰਾਰਾ, ਸੁਦਾਖਰ ਤੇ ਅੱਗੇ ਹੈ ਆਖਰ। ਇਸ ਦਾ ਇਸ ਤਰ੍ਹਾਂ ਵੀ ਕਰ ਲੈਣਾ ਹੈ। ਇਹ ਸੱਸੇ ਨੂੰ ਔਂਕੜ, ਧੱਦੇ ਨੂੰ ਕੰਨਾ, ਖੱਖੇ ਨੂੰ ਸਿਹਾਰੀ, ਐੜਾ ਰਾਰਾ। ਫਿਰ ਆਖਰ, ਐੜੇ ਨੂੰ ਕੰਨਾ, ਖੱਖੇ ਨੂੰ ਸਿਹਾਰੀ, ਐੜਾ ਰਾਰਾ, ਆਖਰ। ਸੋ ਇਸ ਤਰ੍ਹਾਂ 4 ਵੇਦ, 18 ਪੁਰਾਣ, 27 ਸਿਮਰਤੀਆਂ ਦੇ ਸੁਦਾਖਰ ਕੀਏ ਸ਼ੁੱਧ ਪਵਿੱਤਰ ਅੱਖਰ ਨੂੰ ਸੋਧਿਆ ਹੈ। ਵੇਦ ਜੋ ਗਿਆਨ ਸਰੂਪ, ਪੁਰਾਣ ਪੁਰਾਤਨ ਸਰੂਪ, ਸਿਮਰਤ ਸਿਮਰਨੇ ਯੋਗ, ਸੁਦਾਖਰ ਸੁੱਧ ਆਖਰ ਤੇ ਅੱਖਰ ਖਰ ਰੂਪ ਪਰਮੇਸ਼ਰ ਹੈ। ਆ ਖਰ ਰੂਪ ਭਾਵ ਆਖਰ ਅੰਤ ਨੂੰ ਇੱਕ ਰਾਮ ਪਰਮੇਸ਼ਰ ਦਾ ਨਾਮ ਹੀ ਸੁੱਖਾਂ ਦਾ ਸਾਧਨ ਨਿਸ਼ਚੇ ਕੀਤਾ ਹੈ। ਜਦੋਂ ਵੇਦ ਪੁਰਾਣ ਸਿਮਰਤੀਆਂ ਦਾ ਅੱਖਰ ਅੱਖਰ ਸੋਧਿਆ, ਤਦੋਂ ਰਾਮ ਪਰਮੇਸ਼ਰ ਦਾ ਨਾਮ ਸਾਰ ਰੂਪ ਅੱਖਰ ਹੀ ਨਿਸ਼ਚੇ ਕੀਤਾ, ਭਾਵ ਨਾਮ ਦਾ ਸਿਮਰਨ ਹੀ ਸਭ ਦਾ ਸਿਧਾਂਤ ਲੱਭਿਆ। ਕਿਨਕਾ ਏਕ ਜਿਸ ਜੀ ਬਸਾਵੈ, ਤਾ ਕੀ ਮਹਿਮਾ ਗਨੀ ਨ ਆਵੈ। ਇੱਕ ਕਿਨਕਾ ਕਿੰਚਿਤ ਮਾਤਰ, ਭਾਵ ਰਾਈ ਮਾਤਰ ਜਿੰਨਾ ਸਮਾਂ ਵੀ ਜਿਸ ਜੀਵ ਦੇ ਹਿਰਦੇ ਵਿੱਚ ਵਾਹਿਗੁਰੂ ਆਪਣਾ ਨਾਮ ਵਸਾਉਂਦਾ ਹੈ, ਉਸ ਪੁਰਖ ਦੀ ਮਹਿਮਾ ਵਡਿਆਈ ਗਿਣਤੀ ਵਿੱਚ ਨਹੀਂ ਆਉਂਦੀ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਹੇ ਪਰਮੇਸ਼ਰ, ਜੋ ਇੱਕ ਤੁਹਾਡੇ ਦਰਸ਼ਨਾਂ ਦੇ ਕਾਂਖੀ ਚਾਹਵਾਨ ਹਨ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੀ ਸੰਗਤ ਨਾਲ ਮੈਨੂੰ ਮਿਲਣਾ ਕਰੋ, ਮੈਨੂੰ ਸੰਸਾਰ ਸਮੁੰਦਰ ਤੋਂ ਉਧਾਰਣਾ ਕਰੋ, ਮੇਰਾ ਕਲਿਆਣ ਕਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ। ਮਨ ਨੂੰ ਸੁਖ ਦੇਣ ਵਾਲੀ ਜੋ ਸੁਖਮਨੀ ਬਾਣੀ ਹੈ, ਇਸ ਵਿੱਚ ਸੁਖ ਰੂਪ ਪ੍ਰਭੂ ਵਾਹਿਗੁਰੂ ਦਾ ਅੰਮ੍ਰਿਤ ਨਾਮ ਹੈ। ਸੁਖੋਂ ਕੀ ਮਣੀ ਰੂਪ ਹੈ, ਕਿਉਂਕਿ ਸੁਖ ਰੂਪ ਅਤੇ ਅਮਰ ਕਰਨ ਵਾਲਾ ਇਸ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ।
ਜਿਵੇਂ ਸੱਪ ਦੇ ਸਿਰ ਵਿੱਚ ਮਣੀ ਪ੍ਰਕਾਸ਼ਦੀ ਹੈ, ਇਸੇ ਤਰ੍ਹਾਂ ਇਹ ਸੁੱਖਾਂ ਦੇ ਪ੍ਰਕਾਸ਼ਣੇ ਵਾਲੀ ਸੁਖਮਣੀ ਹੈ। ਜਿਵੇਂ ਪ੍ਰਤੱਖ ਮਣੀ ਡੱਬੇ ਵਿੱਚ ਸੰਭਾਲ ਕੇ ਰੱਖੀਦੀ ਹੈ, ਇਸੇ ਤਰ੍ਹਾਂ ਇਹ ਸੁਖਮਣੀ ਰੂਪ ਬਾਣੀ ਭਗਤ ਜਨਾਂ ਦੇ ਮਨ ਵਿੱਚ ਵਿਸਰਾਮ ਵਾਸਾ ਕਰਦੀ ਹੈ। ਸੋ ਇਸੇ ਤਰ੍ਹਾਂ ਦੱਸਦੇ ਇੱਕ ਸਿੱਖ ਭਾਈ ਗੜੀਆ ਜੀ ਨੂੰ 6ਵੇਂ ਪਾਤਸ਼ਾਹ ਨੇ ਕਸ਼ਮੀਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅਵਤਾਰ ਦਿਹਾੜਾ ਮਨਾਉਣ ਵਾਸਤੇ ਭੇਜਿਆ। ਭਾਈ ਗੜੀਆ ਜੀ ਸਤਿਗੁਰਾਂ ਦਾ ਹੁਕਮ ਮੰਨ ਕੇ ਚੱਲ ਪਏ। ਜਾਂਦੇ ਜਾਂਦੇ ਗੁਜਰਾਤ ਵਿੱਚ ਮੀਆਂ ਦੌਲੇ ਪਾਸ ਪੁੱਜੇ, ਜੋ ਰਿੱਧੀਆਂ ਸਿੱਧੀਆਂ ਵਾਲਾ ਸੀ, ਜੋ ਗਰੀਬਾਂ 'ਤੇ ਦਇਆ ਕਰਨ ਵਾਲੇ ਸਨ। ਕਿਸੇ ਨੂੰ ਕਹਿ ਦਿੰਦੇ ਲੱਕੜਾਂ ਕੱਟ, ਇਉਂ ਰਿੱਧੀ ਨਾਲ ਮਾਇਆ ਦਿੰਦਾ ਸੀ। ਭਾਈ ਸਾਹਿਬ ਜੀ ਨੂੰ ਮਿਲ ਕੇ ਪ੍ਰਸੰਨ ਬਹੁਤ ਹੋਇਆ। ਜਦੋਂ ਭਾਈ ਸਾਹਿਬ ਜੀ ਨਾਲ ਚੱਲਣ ਲੱਗੇ ਤਾਂ ਨਾਲ ਹੀ ਤੁਰ ਪਿਆ ਤੇ ਕਹਿਣ ਲੱਗਾ ਕਿ ਸੁਖਮਨੀ ਸਾਹਿਬ ਦਾ ਪਾਠ ਸੁਣਾਓ। ਜਦੋਂ ਭਾਈ ਸਾਹਿਬ ਜੀ ਨੇ ਸਾਰਾ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ, ਬਹੁਤ ਖੁਸ਼ ਪ੍ਰਸੰਨ ਚਿੱਤ ਹੋਇਆ। ਦੇਖਿਆ ਕਿ ਭਾਈ ਸਾਹਿਬ ਜੀ ਦੀ ਜੁੱਤੀ ਟੁੱਟੀ ਹੋਈ ਆ, ਧੂੜ ਉੱਡ ਉੱਡ ਕੇ ਪਿੰਜਣੀਆਂ ਤੱਕ ਪੈਂਦੀ ਹੈ, ਤਾਂ ਸੋਚਣ ਲੱਗਾ ਕਿ ਗੁਰੂ ਜੀ ਨੇ ਕੋਈ ਰਿੱਧੀ ਸਿੱਧੀ ਨਹੀਂ ਦਿੱਤੀ ਹੋਣੀ, ਮੈਂ ਆਪਣੀ ਸ਼ਕਤੀ ਨਾਲ ਕਾਰਜ ਪੂਰਾ ਕਰਦਾ ਹਾਂ। ਭਾਈ ਗੜੀਆ ਜੀ ਅੰਤਰਜਾਮੀ ਸਨ। ਕਹਿਣ ਲੱਗੇ ਕਿ ਮੀਆਂ ਦੌਲਾ ਜੀ, ਕੀ ਸੋਚਦੇ ਹੋ? ਗੁਰੂ ਜੀ ਨੇ ਸਿੱਖ ਨੂੰ ਕੁਝ ਵੀ ਨਹੀਂ ਦਿੱਤਾ, ਸਭ ਕੁਝ ਦਿੱਤਾ ਹੈ। ਮੀਆਂ ਦੌਲਾ ਕਹਿਣ ਲੱਗਾ ਕਿ ਫਿਰ ਜੁੱਤੀ ਕਿਉਂ ਟੁੱਟ ਗਈ? ਭਾਈ ਸਾਹਿਬ ਜੀ ਕਹਿਣ ਲੱਗੇ, ਮੀਆਂ ਜੀ ਸ਼ਕਤੀ ਦਾ ਮਾਣ ਨਾ ਕਰੀ। ਕਹਿੰਦੇ ਨਿਗਾਹ ਮਾਰ। ਜਦੋਂ ਵੇਖਿਆ ਸਾਰਾ ਥੇ ਸੋਨੇ ਦਾ ਬਣਾ ਦਿੱਤਾ, ਰੋੜ ਹੀਰੇ ਜਵਾਹਰਾਤ ਬਣਾ ਦਿੱਤੇ। ਫਿਰ ਚਰਨਾਂ 'ਤੇ ਡਿੱਗ ਪਿਆ। ਭਾਈ ਸਾਹਿਬ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਦਾ ਬਚਨ ਹੈ, ਰੱਖ ਗਰੀਬੀ ਵੇਸ। ਗਰੀਬੀ ਵੇਸ ਕਰਕੇ ਹੀ ਤਾਕਤ ਕੋਲੇ ਰਹਿੰਦੀ ਹੈ। ਜੇ ਦਿਖਾਉਣ ਲੱਗ ਜਾਏ ਤਾਂ ਤਾਕਤਾਂ ਚਲੀਆਂ ਜਾਂਦੀਆਂ ਹਨ। ਅੱਗੇ ਹੁਣ ਸਿਮਰਨ ਦਾ ਫਲ ਦੱਸਦੇ ਹਨ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੀਏ ਹਰੀ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਜੀਵ ਦੁਬਾਰਾ ਮਾਤਾ ਦੇ ਗਰਭ ਪੇਟ ਵਿੱਚ ਨਹੀਂ ਆਉਂਦਾ। ਕੈ ਤੇ ਕੇ ਦਾ ਫਰਕ ਹੈ। ਜੇ ਕਿ ਹੋਵੇ ਤਾਂ ਅਰਥ ਹੁੰਦਾ ਹੈ ਕਿ ਹੋਰ ਕੋਈ ਸਾਧਨ ਹੋਵੇ ਜਿਸ ਦੇ ਨਾਲ ਗਰਭ ਵਿੱਚ ਨਹੀਂ ਵਸੀਦਾ। ਕੈ ਨਿਸ਼ਚੇ ਵਾਚਕ ਭਾਵ ਨਿਸ਼ਚੇ ਕਰੋ ਕਿ ਸਿਮਰਨ ਕਰਕੇ ਹੀ ਬਚ ਸਕੀਦਾ ਹੈ। ਪ੍ਰਭ ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਜਮਾਂ ਦੇ ਦੁੱਖ ਨਾਸ਼ ਹੋ ਜਾਂਦੇ ਹਨ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭੂ ਹਰੀ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਕਾਲ ਮੌਤ ਵੀ ਪਰ ਹਰੈ ਨਾਸ ਹੋ ਜਾਂਦੀ ਹੈ, ਪਾਪ ਕਾਲ ਦੂਰ ਹੋ ਜਾਂਦਾ। ਪ੍ਰਭੂ ਹਰੀ ਵਾਹਿਗੁਰੂ ਦਾ ਸਿਮਰਨ ਭਜਨ ਕਰਨੇ ਕਰਕੇ ਦੁਸ਼ਮਣ ਵੈਰੀ ਟਲ ਜਾਂਦੇ ਹਨ। ਜਿਵੇਂ ਸਿੱਖ ਜਗਤ ਦੇ ਪ੍ਰਸਿੱਧ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਕਰਨੀ ਕਮਾਈ ਤੇ ਹਿੰਦੂ ਸਿੱਖਾਂ ਤੋਂ ਇਲਾਵਾ ਪਠਾਨ ਵੀ ਪ੍ਰਭਾਵਿਤ ਸਨ। ਇੱਕ ਪਠਾਨ ਇਹਨਾਂ ਦੀ ਚਰਨ ਸ਼ਰਨ ਵਿੱਚ ਆਇਆ ਤੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਕੁਝ ਪਦਾਰਥ ਅਰਪਣ ਕਰਕੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਮੇਰੀ ਇੱਛਾ ਪੂਰੀ ਹੋਵੇ, ਕਿਉਂਕਿ ਤੁਸੀਂ ਬਾਕੀ ਦੇ ਸ਼ਰਧਾਲੂਆਂ ਦੀ ਵੀ ਇੱਛਾ ਪੂਰੀ ਕਰਦੇ ਹੋ। ਮਹਾਂਪੁਰਖਾਂ ਨੇ ਪੁੱਛਿਆ, ਤੇਰਾ ਕੀ ਮਨੋਰਥ ਹੈ? ਪਠਾਨ ਨੇ ਦੱਸਿਆ ਕਿ ਇੱਕ ਬਹੁਤ ਖੂਬਸੂਰਤ ਹਿੰਦੂਆਂ ਦੀ ਲੜਕੀ ਹੈ, ਮੈਂ ਉਸ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ ਹਾਂ, ਮੇਰੀ ਇਹ ਇੱਛਾ ਪੂਰੀ ਕਰੋ। ਦੂਸਰਾ, ਮੁਸਲਮਾਨ ਮੇਰੇ ਨਾਲ ਵੈਰ ਕਰਦੇ ਹਨ, ਉਹਨਾਂ ਦਾ ਵੈਰ ਭਾਵ ਖਤਮ ਕਰੋ। ਮਹਾਂਪੁਰਖਾਂ ਨੇ ਕਿਹਾ ਕਿ ਤੇਰੀ ਸਮਝ ਦੀ ਗੱਲ ਹੈ, ਇੱਛਾ ਵੀ ਪੂਰੀ ਹੋ ਜਾਵੇਗੀ, ਵਿਕਾਰ ਵੀ ਮਿਟ ਜਾਣਗੇ, ਦੁਸ਼ਮਣੀ ਵੀ ਖਤਮ ਹੋ ਜਾਵੇਗੀ, ਪਰ ਜੇ ਸਾਡਾ ਇੱਕ ਬਚਨ ਮੰਨੇ। ਪਠਾਨ ਨੇ ਕਿਹਾ ਕਿ ਹੁਕਮ ਕਰੋ। ਸੰਤਾਂ ਨੇ ਕਿਹਾ ਕਿ ਤੂੰ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਕਲਾਮ ਪੜ੍ਹਿਆ ਕਰ, ਭਾਵ ਮੂਲ ਮੰਤਰ ਕਹਿ ਦਿੱਤਾ, ਜੋ ਬਹੁਤ ਸ਼ਕਤੀ ਵਾਲੀ ਹੈ। 8 ਘੰਟੇ ਮਸੀਤ ਵਿੱਚ ਬੈਠ ਕੇ ਜਪਣ ਦੀ ਆਗਿਆ ਕੀਤੀ ਤੇ ਕਿਹਾ ਕਿ ਇਸ ਨੂੰ ਗੁਪਤ ਰੂਪ ਵਿੱਚ ਜਪਣਾ ਅਤੇ 40 ਦਿਨਾਂ ਵਿੱਚ ਨਾਗਾ ਨਹੀਂ ਪਾਉਣਾ। ਜਦੋਂ 4-5 ਦਿਨ ਹੀ ਹੋਏ ਸਨ ਤਾਂ ਮੁਸਲਮਾਨ ਜੋ ਵੈਰ ਕਰਦੇ ਸਨ ਆਪ ਸਲਾਮਾਂ ਕਰਨ ਲੱਗ ਪਏ, ਮੱਥੇ ਟੇਕਣ ਆਉਣ ਲੱਗ ਪਏ। ਕਹਿੰਦੇ ਤੂੰ ਬੰਦਗੀ ਕਰਨ ਲੱਗ ਗਿਆ, ਇਸ ਲਈ ਅਸੀਂ ਵੈਰ ਛੱਡਿਆ, ਤੈਨੂੰ ਅਸੀਂ ਮਾਰਨਾ ਸੀ ਪਰ ਹੁਣ ਨਹੀਂ ਮਾਰਦੇ। ਸ਼ਸਤਰ ਛੱਡ ਦਿੱਤੇ,
ਜਦੋਂ 25 ਦਿਨ ਹੋ ਗਏ ਤਾਂ ਉਸ ਦੇ ਅੰਦਰ ਵੀ ਵੈਰ ਭਾਵਨਾ ਖਤਮ ਹੋ ਗਈ। ਜਦੋਂ 35 ਦਿਨ ਹੋ ਗਏ ਤਾਂ ਜਿਹੜੀ ਮਨ ਵਿੱਚ ਵਾਸ਼ਨਾ ਸੀ ਉਹ ਵੀ ਖਤਮ ਹੋ ਗਈ। ਫਿਰ ਉਸ ਲੜਕੀ ਨੂੰ ਲੈ ਕੇ ਉਸ ਨੂੰ ਆਪਣੀ ਧੀ ਬਣਾਇਆ ਅਤੇ ਉਸ ਦਾ ਵਿਆਹ ਵੀ ਆਪ ਕੀਤਾ, ਉਸ ਦਾ ਸਾਰਾ ਖਰਚ ਆਪ ਕੀਤਾ। ਜਿਵੇਂ ਹਿੰਦੂ ਲੋਕ ਦਾਜ ਦਿੰਦੇ ਹਨ ਉਹ ਵੀ ਦਿੱਤਾ। ਫਿਰ ਮਹਾਂਪੁਰਖਾਂ ਦੇ ਚਰਨਾਂ ਵਿੱਚ ਆ ਕੇ ਕਹਿਣ ਲੱਗਾ ਕਿ ਤੁਹਾਡੇ ਬਚਨਾਂ ਦੀ ਬਰਕਤ ਨਾਲ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਕਲਾਮ ਪੜ੍ਹਨ ਨਾਲ ਮੇਰਾ ਮਨ ਵਿਕਾਰਾਂ ਵੱਲੋਂ ਮੁੜ ਗਿਆ। ਜਿਹੜੀ ਤੁਸੀਂ ਕਲਾਮ ਦਿੱਤੀ ਸੀ ਇਹ ਬਹੁਤ ਸ਼ਕਤੀ ਵਾਲੀ ਹੈ। ਇਸ ਪ੍ਰਕਾਰ ਦੁਸ਼ਮਣ ਦੁੱਖ ਦੇਣ ਵਾਲੇ ਵੀ ਮਿੱਤਰ ਹੋ ਗਏ। ਇੱਛਾ ਐਸੀ ਪੂਰੀ ਹੋਈ ਕਿ ਮੁੜ ਕੇ ਵਿਕਾਰ ਭਾਵਨਾ ਵੀ ਖਤਮ ਹੋ ਗਈ। ਪ੍ਰਭ ਸਿਮਰਤ ਕਛ ਬਿਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਹਰੀ ਵਾਹਿਗੁਰੂ ਦਾ ਸਿਮਰਤ ਕਹੀਏ, ਸਿਮਰਨ ਕਰਨੇ ਕਰਕੇ ਕੋਈ ਵੀ ਬਿਗਨ ਨਹੀਂ ਲੱਗਦਾ। ਹਰੀ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਰਾਤ ਦਿਨ ਮਨ ਗਿਆਨ ਅਵਸਥਾ ਵਿੱਚ ਜਾਗਦਾ ਰਹਿੰਦਾ ਹੈ। ਪ੍ਰਭ ਕੈ ਸਿਮਰਨ ਭਉ ਨ ਬਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਹਰੀ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ 7 ਪ੍ਰਕਾਰ ਦਾ ਡਰ ਨਹੀਂ ਵਿਆਪਦਾ, ਨਹੀਂ ਲੱਗਦਾ। ਪ੍ਰਭੂ ਹਰੀ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਜੀਵ ਨੂੰ ਜੰਮਣ ਮਰਨ ਆਦਿ ਦਾ ਦੁੱਖ ਨਹੀਂ ਸਤਾਉਂਦਾ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭੂ ਹਰੀ ਵਾਹਿਗੁਰੂ ਦਾ ਸਿਮਰਨ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਮਿਲਦਾ ਹੈ, ਭਾਵ ਸੰਤਾਂ ਦੇ ਸੰਗ ਨਾਲ ਮਿਲਦਾ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਹਰੀ ਵਾਹਿਗੁਰੂ ਦਾ ਰੰਗ ਪ੍ਰੇਮ ਚੜ੍ਹ ਜਾਵੇ ਤਾਂ ਸਾਰੇ ਨਿਧਾਨ ਖਜ਼ਾਨੇ ਮਿਲ ਜਾਂਦੇ, ਭਾਵ ਹਰੀ ਰੂਪ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕਹੀਏ ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਮਿਲ ਜਾਂਦੀਆਂ ਹਨ, ਕਿਉਂਕਿ ਹਰੀ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਨਿਰਗੁਣ ਦਾ ਗਿਆਨ, ਸਰਗੁਣ ਦਾ ਧਿਆਨ ਅਤੇ ਤਤ ਸਰੂਪ ਦਾ ਬੋਧ ਵੀ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕਹੀਏ ਹਰੀ ਵਾਹਿਗੁਰੂ ਦੇ ਸਿਮਰਨ ਕਰਨ ਕਰਕੇ ਜਪ ਤਪ ਪੂਜਾ ਆਦਿ ਦਾ ਫਲ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦਾ ਸਿਮਰਨ ਕਰਕੇ ਜਪ ਤਪ ਪੂਜਾ ਆਦਿ ਸਾਰੇ ਹੀ ਸਫਲੇ ਹੁੰਦੇ ਆ। ਪ੍ਰਭੂ ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਦੂਜਾ ਕਹੀਏ ਦਵੈਤ ਭਾਵ ਬਿਨਸੈ ਮਿਟ ਜਾਂਦੀ ਹੈ, ਨਾਸ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭੂ ਹਰੀ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਸਾਰੇ ਤੀਰਥਾਂ ਦੇ ਇਸ਼ਨਾਨਾਂ ਦਾ ਫਲ ਪ੍ਰਾਪਤ ਹੋ ਜਾਂਦਾ, ਭਾਵ ਘਰ ਬੈਠਿਆਂ ਹੀ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਜੀਵ ਦੀ ਦਰਗਾਹ ਵਿੱਚ ਪ੍ਰਲੋਕ ਵਿੱਚ ਮੰਨੀ ਜਾਂਦੀ ਹੈ, ਕਹਿਣ ਤੋਂ ਭਾਵ ਇੱਜ਼ਤ ਪਾਉਂਦਾ ਹੈ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਪ੍ਰਭੂ ਹਰੀ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਮਨੁੱਖ ਕੋਲ ਜੋ ਕੁਝ ਵੀ ਹੁੰਦਾ ਉਹ ਭਲਾ ਚੰਗਾ ਹੀ ਹੁੰਦਾ। ਪਰਮੇਸ਼ਰ ਦੇ ਸਿਮਰਨ ਕਰਨੇ ਵਾਲਾ ਸਮਝਦਾ ਹੈ ਕਿ ਉਸ ਦੇ ਭਾਣੇ ਵਿੱਚ ਜੋ ਵੀ ਸੁੱਖ ਦੁੱਖ ਪ੍ਰਾਪਤ ਹੁੰਦਾ ਉਹ ਚੰਗਾ ਹੀ ਹੈ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਸੋ ਫਲ ਕਹੀਏ ਸ੍ਰੇਸ਼ਟ ਗਿਆਨ ਫਲਾਂ ਕਰਕੇ ਹੀ ਜੀਵ ਫਲੀਭੂਤ ਹੋ ਜਾਂਦਾ, ਭਾਵ ਗਿਆਨ ਰੂਪ ਸ੍ਰੇਸ਼ਟ ਫਲ ਕਰਕੇ ਫਲਦਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪਰ ਪਰਮੇਸ਼ਰ ਦੇ ਨਾਮ ਨੂੰ ਉਹ ਹੀ ਸਿਮਰਦੇ ਹਨ ਜਿਨ੍ਹਾਂ ਤੋਂ ਆਪ ਪਰਮੇਸ਼ਰ ਸਿਮਰਨ ਕਰਵਾਉਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਸਿਮਰਨ ਕਰਨ ਵਾਲਿਆਂ ਦੇ ਪਾਏ ਕਹੀਏ ਚਰਨੀ ਲੱਗਣਾ ਕਰੀਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ।
ਹਰੀ ਵਾਹਿਗੁਰੂ ਦਾ ਸਿਮਰਨ ਭਜਨ ਸਾਰਿਆਂ ਕਰਮਾਂ ਧਰਮਾਂ ਤੋਂ ਉੱਚਾ ਹੈ, ਉੱਤਮ ਹੈ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਮੂਚਾ ਹੁੰਦਾ ਬਹੁਤੇ, ਉਧਰੇ ਤਰ ਗਏ ਭਾਵ ਗਿਣੇ ਨਹੀਂ ਜਾ ਸਕਦੇ ਵੀ ਕਿੰਨੇ ਕੁ ਤਰੇ ਆ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਹਰੀ ਵਾਹਿਗੁਰੂ ਦੇ ਭਜਨ ਸਿਮਰਨ ਕਰਨੇ ਕਰਕੇ ਤ੍ਰਿਸ਼ਨਾ ਦੀ ਅੱਗ ਹਿਰਦੇ ਅੰਦਰੋਂ ਬੁਝ ਜਾਂਦੀ। ਹਰੀ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਜੋ ਪਿੱਛੇ ਹੋਇਆ ਅੱਗੇ ਨੂੰ ਹੋਵੇਗਾ, ਹੁਣ ਜੋ ਹੋ ਰਿਹਾ ਹੈ ਸਾਰਾ ਕੁਝ ਹੀ ਸੁੱਝ ਜਾਂਦਾ। ਐਸੀ ਦਿਵ ਦ੍ਰਿਸ਼ਟੀ ਜਾਗ ਪੈਂਦੀ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਹਰੀ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਜਮਾਂ ਦਾ ਤਰਾਸਾ ਡਰ ਨਹੀਂ ਲੱਗਦਾ ਤੇ ਪ੍ਰਭ ਹਰੀ ਵਾਹਿਗੁਰੂ ਦਾ ਸਿਮਰਨ ਭਜਨ ਕਰਕੇ ਮਨ ਦੀਆਂ ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਹਨ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਅੰਤਿਸ਼ ਕਰਨ ਦੀ ਪਾਪਾਂ ਰੂਪ ਮੈਲ ਚਲੀ ਜਾਂਦੀ ਹੈ। ਨਾਮ ਅੰਮ੍ਰਿਤ ਹਿਰਦੇ ਵਿੱਚ ਸਮਾ ਜਾਂਦਾ, ਭਾਵ ਵਸ ਜਾਂਦਾ ਹੈ। ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਸਿਮਰਨ ਕਰਨ ਵਾਲਿਆਂ ਸਾਧ ਸ੍ਰੇਸ਼ਟ ਸੰਤਾਂ ਜਨਾਂ ਦੀ ਰਸਨਾ ਜੀਭਾ ਤੇ ਆਪ ਪ੍ਰਭੂ ਪਰਮੇਸ਼ਰ ਜੀ ਵਸਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਲਈ ਮੈਂ ਸ੍ਰੇਸ਼ਟ ਜਨਾਂ ਦੇ ਦਾਸਨ ਕਹੀਏ, ਦਾਸਾਂ ਦਾ ਦਾਸ ਹਾਂ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਜੋ ਹਰੀ ਵਾਹਿਗੁਰੂ ਨੂੰ ਸਿਮਰਦੇ ਹਨ, ਯਾਦ ਕਰਦੇ ਹਨ, ਉਹ ਅਸਲ ਨਾਮ ਰੂਪ ਧਨ ਵਾਲੇ ਧਨਵੰਤੇ ਧਨਾੜ ਹਨ। ਅਮੀਰ ਹੀ ਉਹ ਹਨ ਜੋ ਪ੍ਰਭੂ ਹਰੀ ਵਾਹਿਗੁਰੂ ਨੂੰ ਸਿਮਰਦੇ ਚੇਤੇ ਕਰਦੇ ਹਨ, ਯਾਦ ਕਰਦੇ ਹਨ। ਉਹ ਪਤਵੰਤੇ ਇੱਜ਼ਤ ਵਾਲੇ ਹਨ। ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਜੋ ਪ੍ਰਭੂ ਹਰੀ ਵਾਹਿਗੁਰੂ ਨੂੰ ਸਿਮਰਹਿ ਯਾਦ ਕਰਦੇ ਹਨ, ਉਹ ਜਨ ਪੁਰਖ ਤਿੰਨਾਂ ਲੋਕਾਂ ਵਿੱਚ ਪ੍ਰਮਾਣਿਕ ਹਨ। ਹਰੀ ਵਾਹਿਗੁਰੂ ਨੂੰ ਜੋ ਯਾਦ ਕਰਦੇ ਹਨ, ਉਹ ਪੁਰਖ ਪ੍ਰਧਾਨ ਮੁਖੀ ਹਨ। ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਜੋ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਹਨ, ਉਹ ਬੇਪਰਵਾਹ ਰਹਿੰਦੇ ਹਨ, ਭਾਵ ਉਹਨਾਂ ਨੂੰ ਕਿਸੇ ਦੀ ਖੁਸ਼ਾਮਦ ਨਹੀਂ ਕਰਨੀ ਪੈਂਦੀ। ਜੋ ਪ੍ਰਭੂ ਹਰੀ ਵਾਹਿਗੁਰੂ ਨੂੰ ਸਿਮਰਹਿ ਕਹੀਏ ਯਾਦ ਕਰਦੇ ਹਨ, ਉਹ ਸਰਬ ਸਾਰਿਆਂ ਦੇ ਰਾਜੇ ਹਨ, ਭਾਵ ਉਹ ਸਾਰੀ ਦੁਨੀਆ ਦੇ ਬਾਦਸ਼ਾਹ ਹਨ। ਜਿਵੇਂ ਕਿ ਇੱਕ ਅਦਨ ਦੇਸ਼ ਦਾ ਬਾਦਸ਼ਾਹ ਸੀ, ਉਹ ਆਪਣਾ ਸਾਰਾ ਰਾਜ ਭਾਗ ਆਪਣੇ ਪੁੱਤਰ ਨੂੰ ਦੇ ਕੇ ਆਪ ਜੰਗਲਾਂ ਵਿੱਚ ਤਪ ਕਰਨ ਲੱਗ ਪਿਆ। ਇੱਕ ਦਰਿਆ ਦੇ ਕਿਨਾਰੇ 'ਤੇ ਬੈਠ ਗਿਆ। ਕੁਝ ਸਮਾਂ ਲੰਘਿਆ ਤਾਂ ਉਸ ਦਾ ਪੁੱਤਰ ਆਪਣੀਆਂ ਫੌਜਾਂ ਨੂੰ ਲੈ ਕੇ ਪਿਤਾ ਨੂੰ ਮਿਲਣ ਲਈ ਆਇਆ ਤੇ ਕਹਿਣ ਲੱਗਾ ਕਿ ਤੁਹਾਡੇ ਸਾਧੂ ਬਣਨ ਕਰਕੇ ਲੋਕ ਮੈਨੂੰ ਨਾਲਾਇਕ ਕਹਿੰਦੇ ਹਨ ਕਿ ਪਿਤਾ ਜੰਗਲਾਂ ਉਜਾੜਾਂ ਵਿੱਚ ਰੁਲਦਾ ਫਿਰਦਾ ਹੈ ਤੇ ਆਪ ਰਾਜ ਮਹਿਲਾਂ ਵਿੱਚ ਰਹਿੰਦਾ ਹੈ। ਤੁਸੀਂ ਮੇਰੇ ਨਾਲ ਘਰ ਚੱਲੋ, ਮੈਂ ਤੁਹਾਡੀ ਸੇਵਾ ਵਿੱਚ ਕੋਈ ਢਿੱਲ ਨਹੀਂ ਰੱਖਾਂਗਾ। ਰਾਜਾ ਕਹਿਣ ਲੱਗਾ ਕਿ ਪੁੱਤਰ, ਅੱਜ ਮੇਰਾ ਹੁਕਮ ਸਾਰੇ ਪਾਸੇ ਚੱਲਦਾ ਹੈ, ਮੈਂ ਹੁਣ ਰਾਜ ਤੋਂ ਕੀ ਲੈਣਾ। ਉਸ ਦਾ ਪੁੱਤਰ ਕਹਿਣ ਲੱਗਾ ਕਿ ਹੁਣ ਤੁਹਾਡਾ ਹੁਕਮ ਕਿਸ 'ਤੇ ਅਤੇ ਕਿਵੇਂ ਚੱਲਦਾ। ਨਾ ਤੁਹਾਡੇ ਕੋਲ ਰਾਜ ਹੈ, ਨਾ ਤਾਜ ਹੈ, ਨਾ ਹੁਣ ਤੁਸੀਂ ਰਾਜੇ ਹੋ। ਐਸਾ ਸੁਣ ਕੇ ਰਾਜੇ ਨੇ ਦਰਿਆ ਵਿੱਚ ਸੂਈ ਸੁੱਟ ਦਿੱਤੀ ਅਤੇ ਕਹਿਣ ਲੱਗਾ ਕਿ ਮੇਰੀ ਸੂਈ ਪਾਣੀ ਵਿੱਚੋਂ ਬਾਹਰ ਕਢਵਾ ਦੇ। ਉਸ ਦਾ ਪੁੱਤਰ ਕਹਿਣ ਲੱਗਿਆ ਕਿ 2 ਪੈਸੇ ਦੀ ਸੂਈ ਤੁਸੀਂ ਕੱਢ ਕੇ ਕੀ ਲੈਣ ਕਰਨਾ ਹੈ। ਉਹ ਕਹਿਣ ਲੱਗਾ ਕਿ ਮੈਂ ਇਸ ਨਾਲ ਗੋਦੜੀ ਜੋ ਲੀਰਾਂ ਜੋੜ ਕੇ ਬਣਾਈ ਜਾਂਦੀ ਹੈ ਸਿਉਂਦਾ ਸੀ। ਰਾਜੇ ਦਾ ਪੁੱਤਰ ਕਹਿਣ ਲੱਗਾ ਕਿ ਮੈਂ ਹੁਣੇ ਹੀ ਨਵੀਂ ਸੂਈ ਮੰਗਵਾ ਦਿੰਦਾ ਹਾਂ। ਤਾਂ ਰਾਜੇ ਨੇ ਕਿਹਾ ਕਿ ਨਹੀਂ, ਮੈਨੂੰ ਉਹ ਹੀ ਸੂਈ ਚਾਹੀਦੀ ਹੈ। ਉਸਨੇ ਆਪਣੀਆਂ ਸਾਰੀਆਂ ਫੌਜਾਂ ਨੂੰ ਦਰਿਆ ਵਿੱਚ ਸੂਈ ਲੱਭਣ ਲਈ ਭੇਜ ਦਿੱਤਾ।
ਫੌਜਾਂ ਟੁੱਬੀਆਂ ਮਾਰਦੀਆਂ ਰਹੀਆਂ, ਪਰੰਤੂ ਸੂਈ ਨਾ ਲੱਭੀ। ਤੇ ਉਸ ਦੇ ਪਿਤਾ ਨੇ ਕਿਹਾ ਕਿ ਤੇਰੀਆਂ ਫੌਜਾਂ ਤੋਂ ਸੂਈ ਨਹੀਂ ਲੱਭੀ, ਹੁਣ ਮੈਂ ਆਪਣੀਆਂ ਫੌਜਾਂ ਤੋਂ ਕਢਵਾ ਕੇ ਦਿਖਾਉਂਦਾ ਹਾਂ। ਉਸ ਨੇ ਕਿਹਾ ਕਿ ਹੇ ਵਰਨ ਦੇਵਤਾ, ਮੇਰੀ ਸੂਈ ਪਾਣੀ ਵਿੱਚੋਂ ਕੱਢ ਕੇ ਦੇਵੋ। ਉਸ ਵੇਲੇ ਵਰਨ ਦੇਵਤੇ ਨੇ ਮੱਛੀ ਦੇ ਰੂਪ ਵਿੱਚ ਸੂਈ ਪਾਣੀ ਤੋਂ ਬਾਹਰ ਕੱਢ ਕੇ ਵਿਖਾ ਦਿੱਤੀ। ਉਸ ਦਾ ਪਿਤਾ ਕਹਿਣ ਲੱਗਾ ਕਿ ਵੇਖ, ਵਰਨ ਦੇਵਤਾ ਮੇਰਾ ਹੁਕਮ ਮੰਨਦਾ ਹੈ, ਤੂੰ ਐਵੇਂ ਹੀ ਆਪਣੀਆਂ ਫੌਜਾਂ ਦਾ ਹੰਕਾਰ ਕਰਦਾ ਹੈ। ਸੋ ਪਰਮੇਸ਼ਰ ਦਾ ਐਸਾ ਨਾਮ ਹੈ ਕਿ ਜੋ ਵੀ ਉਸ ਪਰਮੇਸ਼ਰ ਦਾ ਨਾਮ ਜਪਦੇ ਹਨ, ਉਹਨਾਂ ਦਾ ਹੁਕਮ ਸਾਰਿਆਂ ਉੱਤੇ ਚੱਲਦਾ ਹੈ। ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਜੋ ਹਰੀ ਵਾਹਿਗੁਰੂ ਨੂੰ ਸਿਮਰਹਿ ਯਾਦ ਕਰਦੇ ਹਨ, ਉਹ ਪੂਰਨ ਸੁਖ ਵਿੱਚ ਵਾਸੀ ਵਸਣ ਵਾਲੇ ਹਨ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹ ਹਮੇਸ਼ਾ ਹੀ ਅਬਿਨਾਸੀ ਨਾਸ ਤੋਂ ਰਹਿਤ ਹੋ ਜਾਂਦੇ ਹਨ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਜਿਨ੍ਹਾਂ ਉੱਤੇ ਆਪ ਦਇਆ ਦੇ ਘਰ ਪਰਮੇਸ਼ਰ ਦਿਆਲੂ ਹੋਣ, ਉਹ ਪੁਰਸ਼ ਹੀ ਸਿਮਰਨ ਵਿੱਚ ਲੱਗਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਸਿਮਰਨ ਕਰਨ ਵਾਲੇ ਐਸੇ ਜਨ ਪੁਰਖਾਂ ਦੀ ਰਵਾਲਾ ਕਹੀਏ ਚਰਨ ਧੂੜੀ ਮੰਗਦੇ ਹਾਂ। ਪ੍ਰਭ ਕੋ ਸਿਮਰਹਿ ਸੇ ਪਾਰਿ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ। ਜੋ ਹਰੀ ਵਾਹਿਗੁਰੂ ਨੂੰ ਸਿਮਰਦੇ ਯਾਦ ਕਰਦੇ ਹਨ, ਉਹ ਪਰਉਪਕਾਰੀ ਦੂਸਰਿਆਂ ਦਾ ਭਲਾ ਕਰਨ ਵਾਲੇ ਹਨ। ਦੁਸ਼ਮਣ ਦੀ ਵੀ ਸਹਾਇਤਾ ਕਰਨੀ ਪਰਉਪਕਾਰ ਹੈ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹਨਾਂ ਦੇ ਉੱਪਰੋਂ ਹਮੇਸ਼ਾ ਹੀ ਬਲਹਾਰ ਕੁਰਬਾਨ ਜਾਂਦਾ ਹਾਂ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਜੋ ਹਰੀ ਵਾਹਿਗੁਰੂ ਨੂੰ ਚੇਤੇ ਕਰਦੇ ਹਨ, ਉਹ ਮੂੰਹ ਸੁਹਾਵੇ ਸ਼ੋਭਨੀਕ ਹਨ। ਜੋ ਵਾਹਿਗੁਰੂ ਨੂੰ ਚੇਤੇ ਕਰਦੇ ਹਨ, ਯਾਦ ਕਰਦੇ ਹਨ, ਉਹਨਾਂ ਦੀ ਸੁੱਖ ਵਿੱਚ ਹੀ ਅਵਸਥਾ ਬਿਹਾਵੇ ਬਤੀਤ ਹੁੰਦੀ ਹੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹਨਾਂ ਨੇ ਆਪਣੇ ਆਤਮ ਮਨ ਨੂੰ ਜਿੱਤਿਆ ਹੈ। ਜੋ ਹਰੀ ਵਾਹਿਗੁਰੂ ਨੂੰ ਚੇਤੇ ਕਰਦੇ ਹਨ, ਸਿਮਰਨ ਕਰਦੇ ਹਨ, ਉਹਨਾਂ ਦੀ ਰੀਤਾ ਮਰਿਆਦਾ ਨਿਰਮਲ ਉਜਲ ਹੈ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਜੋ ਹਰੀ ਵਾਹਿਗੁਰੂ ਨੂੰ ਸਿਮਰਹਿ ਯਾਦ ਕਰਦੇ ਹਨ, ਉਹਨਾਂ ਨੂੰ ਕਨੇਰੇ ਬਹੁਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹਨਾਂ ਦੇ ਹਰੀ ਵਾਹਿਗੁਰੂ ਹਰ ਵਕਤ ਨੇੜੇ ਵਸਦਾ ਹੈ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਹੇ ਭਾਈ, ਸਾਧੂਆਂ ਦੀ ਦਇਆ ਦ੍ਰਿਸ਼ਟੀ ਤੋਂ ਹੀ ਵਾਹਿਗੁਰੂ ਦੇ ਸਿਮਰਨ ਵਿੱਚ ਰਾਤ ਦਿਨ ਜਾਗਣਾ ਹੁੰਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪੂਰਨ ਕਰਮਾਂ ਕਰਕੇ ਹੀ ਭਜਨ ਸਿਮਰਨ ਪ੍ਰਾਪਤ ਹੁੰਦਾ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਹਰੀ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਸਾਰੇ ਕੰਮਕਾਰ ਪੂਰਨ ਹੁੰਦੇ ਹਨ। ਹਰੀ ਵਾਹਿਗੁਰੂ ਦੇ ਸਿਮਰਨ ਕਰਨ ਕਰਕੇ ਕਦੀ ਵੀ ਪੁਰਖ ਝੂਰਦਾ ਨਹੀਂ, ਚਿੰਤਾ ਝੋਰਾ ਨਹੀਂ ਕਰਦਾ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਹਰੀ ਵਾਹਿਗੁਰੂ ਦੇ ਗੁਣਾਂ ਵਾਲੀ ਬਾਣੀ ਨਿਕਲਦੀ ਹੈ, ਮੁਖੋਂ ਗਿਆਨ ਵਾਲੀ ਬਾਣੀ ਨਿਕਲਦੀ ਹੈ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਸੁਦੇ ਸਿੱਧ ਹੀ ਬਿਰਤੀ ਵਾਹਿਗੁਰੂ ਵਿੱਚ ਸਮਾ ਜਾਂਦੀ ਹੈ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਨਿਹਚਲ ਅਚਲ ਆਸਨ ਪ੍ਰਾਪਤ ਹੋ ਜਾਂਦਾ ਹੈ, ਭਾਵ ਚਿੱਤ ਸਥਿਤ ਹੋ ਜਾਂਦਾ। ਵਾਹਿਗੁਰੂ ਦਾ ਸਿਮਰਨ ਕਰਕੇ ਹਿਰਦੇ ਰੂਪੀ ਕੌਲ ਬਿਗਾਸਨ ਖਿੜ ਜਾਂਦਾ। ਕਰਣਾ ਮੈਤਰੀ ਰੂਪ ਪੰਖੜੀਆਂ ਵਿੱਚੋਂ ਪ੍ਰੀਤ ਰੂਪ ਖੁਸ਼ਬੂ ਆਉਂਦੀ ਹੈ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਵਾਹਿਗੁਰੂ ਦੇ ਸਿਮਰਨ ਕਰਕੇ ਅਨਹਦ ਇੱਕ ਰਸ, ਆਨੰਦ ਦੇ ਵਾਜੇ ਹੱਦ ਤੋਂ ਰਹਿਤ ਵੱਜਦੇ ਹਨ। ਹਰੀ ਵਾਹਿਗੁਰੂ ਦੇ ਸਿਮਰਨ ਭਜਨ ਦਾ ਜੋ ਸੁਖ ਹੈ, ਉਸ ਦੇ ਅੰਤ ਦਾ ਪਾਰ ਪਾਰਲਾ ਕਿਨਾਰਾ ਨਹੀਂ ਪਾਇਆ ਜਾ ਸਕਦਾ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ। ਉਹ ਜਨ ਪੁਰਖ ਪਰਮੇਸ਼ਰ ਨੂੰ ਯਾਦ ਕਰਦੇ ਹਨ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਮਾਇਆ ਕਿਰਪਾ ਦ੍ਰਿਸ਼ਟੀ ਹੁੰਦੀ। ਨਾਨਕ ਤਿਨ ਜਨ ਸਰਨੀ ਪਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਉਹਨਾਂ ਜਨ ਪੁਰਖਾਂ ਦੀ ਸ਼ਰਨੀ ਓਟ ਵਿੱਚ ਪੈਣਾ ਕਰਦਾ ਹਾਂ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰ ਸਿਮਰਨ ਲਗ ਬੇਦ ਉਪਾਏ। ਹਰੀ ਵਾਹਿਗੁਰੂ ਦਾ ਸਿਮਰਨ ਭਜਨ ਕਰਕੇ ਹੀ ਦੁਨੀਆ ਵਿੱਚ ਭਗਤ ਪ੍ਰਗਟਾਏ ਪ੍ਰਸਿੱਧ ਹੋਏ ਹਨ। ਪਰਮੇਸ਼ਰ ਦਾ ਸਿਮਰਨ ਹੋਰ ਵੀ ਕਰਨ ਇਸ ਲਈ ਭਗਤ ਪ੍ਰਗਟ ਕੀਤੇ ਹਨ। ਵਾਹਿਗੁਰੂ ਦੇ ਸਿਮਰਨ ਵਿੱਚ ਲੱਗ ਕੇ ਹੀ ਬ੍ਰਹਮਾ ਨੇ ਵੇਦਾਂ ਨੂੰ ਉਪਾਏ ਪੈਦਾ ਕੀਤਾ। ਭਾਵ ਬ੍ਰਹਮਾ ਜੀ ਦੇ ਅੰਦਰ ਕੋਈ ਸ਼ਕਤੀ ਨਹੀਂ ਸੀ। ਜਦੋਂ ਕੌਲ ਦੀ ਨਾਲੀ ਚੋਂ ਨਿਕਲ ਕੇ ਵਾਸਦੇਵ ਦਾ ਜਾਪ ਕੀਤਾ, ਫਿਰ ਚਾਰੇ ਵੇਦ ਉਤਪੰਨ ਕੀਤੇ। ਇਸ ਕਰਕੇ ਇਹ ਜੀਵ ਉਹ ਹਰੀ ਵਾਹਿਗੁਰੂ ਦੇ ਸਿਮਰਨ ਵਿੱਚ ਲੱਗੋ, ਜਿਸ ਨੇ ਬ੍ਰਹਮਾ ਨੂੰ ਵੇਦ ਉਪਾਏ ਉਤਪੰਨ ਕਰਨ ਦੀ ਸ਼ਕਤੀ ਦਿੱਤੀ। ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਹਰ ਸਿਮਰਨ ਨੀਚ ਚਹੋ ਕੁੰਟ ਜਾਤੇ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਹੀ ਸਿੱਧੀ ਦੀ ਪ੍ਰਾਪਤੀ ਵਾਲੇ ਜੋਗੀ ਲੋਕ, ਜਤੀ ਜਤ ਰੱਖਣ ਵਾਲੇ ਜਤੀ ਤੇ ਦਾਤੇ ਦਾਨੇ ਆਦ ਹੋਏ ਹਨ। ਭਾਵ ਸ਼ਕਤੀਆਂ ਦੇ ਮਾਲਕ ਹੋ ਗਏ, ਦਾਤਾਂ ਦੇਣ ਵਾਲੇ ਦਾਤੇ ਵੀ ਬਣ ਗਏ ਹਨ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਨੀਵੇਂ ਭਾਵ ਨੀਚ ਜਾਤੀ ਵਾਲੇ ਵੀ ਚਾਰੇ ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ ਵਿੱਚ ਜਾਣੇ ਗਏ ਹਨ। ਪਾਤਸ਼ਾਹ ਦਾ ਪਾਵਨ ਵਾਕ ਹੈ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ। ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ। ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ। ਹਰ ਸਿਮਰਨ ਧਾਰੀ ਸਭ ਧਰਨਾ। ਸਿਮਰ ਸਿਮਰ ਹਰ ਕਾਰਨ ਕਰਨਾ। ਹੇ ਭਾਈ, ਹਰੀ ਵਾਹਿਗੁਰੂ ਦਾ ਸਿਮਰਨ ਕਰੋ, ਜਿਸ ਨੇ ਸਾਰੀ ਧਰਨਾ ਧਰਤੀ ਆਪਣੇ ਆਸਰੇ ਧਾਰੀ ਹੋਈ ਕਾਇਮ ਕੀਤੀ। ਪ੍ਰਭੂ ਨੇ ਸਿਮਰਨ ਦੀ ਸ਼ਕਤੀ ਕਰਕੇ ਹੀ ਸਾਰੀ ਧਰਨਾ ਧਰਤੀ ਆਪਣੇ ਧਰਮ ਰੂਪੀ ਸਿਰ ਉੱਤੇ ਫੁੱਲ ਵਾਂਗ ਟਿਕਾਈ ਹੋਈ। ਹਰੀ ਵਾਹਿਗੁਰੂ ਸਭ ਕਾਰਜਾਂ ਦੇ ਸਾਧਨ ਕਰਨ ਵਾਲਾ ਹੈ। ਉਸ ਦੇ ਸਿਮਰਨ ਨੂੰ ਸਿਮਰਨਾ ਕਰੋ। ਜੋ ਕਾਰਜ ਕਰਨਾ ਹੈ ਉਹ ਵਾਹਿਗੁਰੂ ਦੇ ਸਿਮਰਨ ਨੂੰ ਸਿਮਰ ਕੇ ਕਰੋ, ਫੇਰ ਕੋਈ ਵਿਘਨ ਨਹੀਂ ਪਵੇਗਾ। ਹਰ ਸਿਮਰਨ ਕੀਓ ਸਗਲ ਆਕਾਰਾ। ਹਰ ਸਿਮਰਨ ਮਹਿ ਆਪ ਨਿਰੰਕਾਰਾ। ਹਰੀ ਵਾਹਿਗੁਰੂ ਦੇ ਸਿਮਰਨ ਕਰਨ ਵਾਸਤੇ ਇਹ ਸਗਲ ਸਾਰਾ ਆਕਾਰ ਬਣਾਉਣਾ ਕੀਤਾ ਹੈ। ਹਰੀ ਨੇ ਸਿਮਰਨ ਕਰਾਉਣ ਵਾਸਤੇ ਸਾਰਿਆਂ ਆਕਾਰਾਂ ਸਰੀਰਾਂ ਨੂੰ ਬਣਾਉਣਾ ਕੀਤਾ ਹੈ। ਹਰੀ ਦੇ ਨਾਮ ਸਿਮਰਨ ਵਿੱਚ, ਨਾਮ ਸਿਮਰਨ ਕਰਨ ਵਾਲੇ ਦੇ ਵਿੱਚ ਨਿਰੰਕਾਰਾ ਕਹੀਏ ਪਰਮੇਸ਼ਰ ਆਪ ਆ ਕੇ ਵਸਦਾ ਹੈ, ਭਾਵ ਸਾਖਿਆਤ ਹੋ ਜਾਂਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ। ਵਾਹਿਗੁਰੂ ਨੇ ਕਿਰਪਾ ਕਰਕੇ ਜਿਸ ਨੂੰ ਆਪ ਇਹ ਗੱਲ ਬੁਝਾ ਦਿੱਤੀ, ਸਮਝਾ ਦਿੱਤੀ। ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਨੇ ਹੀ ਗੁਰਮੁਖ ਮੁਖੀ ਗੁਰਾਂ ਦੁਆਰਾ ਹਰੀ ਵਾਹਿਗੁਰੂ ਦੇ ਸਿਮਰਨ ਨੂੰ ਪਾਉਣਾ ਕੀਤਾ ਹੈ। ਸੋ ਇੱਥੋਂ ਤੱਕ ਸਾਡੀ ਪਹਿਲੀ ਅਸ਼ਟਪਦੀ ਅੱਜ ਵਾਲੀ ਵਿਚਾਰ ਦੇ ਵਿੱਚ ਸੰਪੂਰਨ ਹੋਈ ਹੈ। ਪਹਿਲੀ ਅਸ਼ਟਪਦੀ ਵਿੱਚ ਰਹਾਉ ਪਦ ਤੇ ਰਹਾਉ ਵਾਲੀਆਂ ਪੰਕਤੀਆਂ ਸਮੇਤ ਪੂਰੇ ਅੱਖਰ 1134 ਪੈਰਾਂ ਵਾਲੇ ਰਾਰੇ 61, ਅੱਧੇ ਅੱਖਰ 2, ਕੁੱਲ ਅੱਖਰ ਇਹ 1197 ਹਨ। ਸੋ ਸਾਰੀਆਂ ਅਸ਼ਟਪਦੀਆਂ ਦੇ ਸ਼ਲੋਕ ਤੇ ਅਸ਼ਟਪਦੀ ਪਦ ਸਮੇਤ ਅੱਖਰਾਂ ਦੀ ਗਿਣਤੀ ਹੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।